ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਪ੍ਰਤਿਭਾ ਅਤੇ ਸ਼ਬਦਾਵਲੀ। ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਲੜੀ ਨੂੰ ਜੋੜਨ ਲਈ ਪਿਛਲੇ ਭਾਗ ਦੀਆਂ ਕੁਝ ਸਤਰਾਂ ਦੁਬਾਰਾ ਪੜ੍ਹੀਆਂ ਜਾ ਰਹੀਆਂ ਹਨ। ਸਿੱਧ ਗੋਸ਼ਟ ਵਿੱਚ ਗੁਰੂ ਨਾਨਕ ਦੇਵ ਜੀ ਨੇ ਗੁਰੂ ਦੇ ਪਦ ਦਾ ਬਿਲਕੁਲ ਨਵੇਂ ਅਰਥਾਂ ਵਿੱਚ ਉਪਯੋਗ ਕੀਤਾ ਹੈ। ਆਪ ਫਰਮਾਉਂਦੇ ਹਨ, ਮੇਰਾ ਮਨ ਚੇਲਾ ਹੈ ਤੇ ਸ਼ਬਦ ਦੀ ਸੂਰਤ ਯਾਨੀ ਧੁਨ ਅਰਥਾਤ ਪ੍ਰਭੂ ਦਾ ਨਾਮ ਮੇਰਾ ਗੁਰੂ ਹੈ। ਜਦੋਂ ਸਿੱਧ ਆਪ ਨੂੰ ਇਹ ਪੁੱਛਦੇ ਹਨ ਕਿ ਆਪ ਇੱਕ ਅਦੁੱਤੀ ਮਹਾਪੁਰਸ਼ ਕਿਵੇਂ ਬਣ ਗਏ ਹੋ, ਆਪ ਵਿੱਚ ਇਹ ਜੀਵਨ ਦੀ ਤਾਜ਼ਗੀ ਤੇ ਭਰਪੂਰਤਾ ਵਿਦਮਾਨ ਹੈ, ਤਾਂ ਆਪ ਉੱਤਰ ਦਿੰਦੇ ਹਨ, ਮੇਰੀ ਆਤਮਾ ਵਿੱਚ ਵਰਣਨ ਰਹਿਤ ਵਰਣਨ ਯੋਗ ਨਾਮ ਅੱਖਰ ਵਿਆਪ ਰਿਹਾ ਹੈ। ਇਹ ਨਾਮ ਅਕਾਲ ਸਰੂਪ ਹੈ ਅਤੇ ਇਹ ਸਭ ਯੁੱਗਾਂ ਵਿੱਚ ਇੱਕ ਸਮਾਨ ਵਿਆਪ ਰਿਹਾ ਹੈ। ਇਸ ਲਈ ਗੁਰੂ ਤਾਂ ਇੱਕ ਵਰਤਾਰਾ ਹੈ, ਇੱਕ ਕਰਾਮਾਤ ਹੈ, ਜੋ ਕੋਈ ਵਿਅਕਤੀ ਨਹੀਂ, ਭਾਵੇਂ ਇਸ ਨੂੰ ਵਿਅਕਤੀ ਤੋਂ ਨਿਖੇੜਿਆ ਵੀ ਨਹੀਂ ਜਾ ਸਕਦਾ। ਗੁਰੂ ਅੰਗਦ ਗੁਰੂਤਵ ਦੇ ਸਾਰੇ ਨਿੱਜੀ ਦਾਅਵਿਆਂ ਦਾ ਖੰਡਨ ਕਰਦੇ ਹਨ। ਆਪ ਇੰਝ ਅਨੁਭਵ ਕਰਦੇ ਹਨ ਜਿਵੇਂ ਗੁਰੂ ਨਾਨਕ ਆਪ ਵਿੱਚ ਨਿਵਾਸ ਰੱਖ ਰਹੇ ਹਨ ਤੇ ਉਹ ਹੀ ਸੰਗਤ ਨਾਲ ਬਚਨ ਬਿਲਾਸ ਕਰ ਰਹੇ ਹਨ। ਗੁਰੂ ਅੰਗਦ ਤਾਂ ਗੁਰੂ ਨਾਨਕ ਦੇ ਸਿੱਖਾਂ ਦੀ ਹੀ ਪੂਜਾ ਕਰ ਰਹੇ ਹਨ। ਗੁਰੂ ਨਾਨਕ ਹੀ ਗੁਰੂ ਅੰਗਦ ਦੇ ਪ੍ਰਭੂ ਪ੍ਰੀਤਮ ਹਨ। ਗੁਰੂ ਨਾਨਕ ਦੀ ਹੋਣ ਤੋਂ ਬਿਨਾਂ ਗੁਰੂ ਅੰਗਦ ਦੇਵ ਜੀ ਲਈ ਆਕਾਸ਼ ਵੀ ਅੰਧਿਆਰਾ ਹੈ। ਇਹ ਪ੍ਰੇਮ ਤਾਂ ਆਪਣੀ ਦੈਵੀ ਪੂਰਨਤਾ ਵਿੱਚ ਦਾਂਤੇ ਦੇ ਬਿਟਰਸ ਲਈ ਪ੍ਰੇਮ ਸਮਾਨ ਹੈ। ਗੁਰੂ ਨਾਨਕ ਦੇਵ ਜੀ ਦੀ ਹੋਣ ਤੋਂ ਬਿਨਾਂ ਗੁਰੂ ਅੰਗਦ ਦੇਵ ਜੀ ਨੂੰ ਜੀਵਨ ਵਿੱਚ ਮਹਾਵੇਦਨਾ ਪ੍ਰਤੀਤ ਹੁੰਦਾ ਹੈ। ਇੱਥੇ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿੱਚ ਪੂਰਨ ਪ੍ਰੇਮ ਦੀ ਉਹ ਖਿੱਚ ਉਤਪੰਨ ਹੁੰਦੀ ਹੈ, ਜੋ ਸਹਿਜ ਰੂਪ ਵਿੱਚ ਹੀ ਇਤਨੀ ਉਚੇਰੀ ਹੋ ਗਈ ਹੈ ਕਿ ਇਸ ਦੀ ਤੁਲਨਾ ਵਿੱਚ ਹੋਰ ਸਭ ਪ੍ਰੇਮ ਤੇ ਖਿੱਚਾਂ ਤੁੱਛ ਪ੍ਰਤੀਤ ਹੋਣ ਲੱਗ ਪਈਆਂ ਹਨ। ਇੱਥੇ ਗੁਰੂ ਅੰਗਦ ਦੇਵ ਜੀ ਦੇ ਸੀਨੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰੇਮ ਆਪਣੇ ਉੱਚਤਮ ਸਰੂਪ ਵਿੱਚ ਜਗਮਗਾ ਰਿਹਾ ਹੈ। ਜੋ ਗੁਰੂ ਨਾਨਕ ਦੇਵ ਜੀ ਦੇ ਪ੍ਰੇਮ ਅਨੁਭਵ ਦੀ ਸਹਿਜ ਸ਼ਾਂਤੀ ਵਿੱਚ ਸਦੀਵੀ ਤੌਰ ਤੇ ਜੋਤ ਸਮਾਨ ਬਲ ਰਿਹਾ ਹੈ ਅਤੇ ਜੋ ਮਾਨਵ ਰੂਪੀ ਪ੍ਰਭੂ ਤਵ ਦੀ ਵੇਗਵਾਨ ਪਰਮ ਸੁੰਦਰਤਾ ਦੀ ਸ਼ਾਨ ਦਾ ਨਿਰੰਤਰ ਗੁਣ ਗਾਇਨ ਕਰ ਰਿਹਾ ਹੈ, ਇਸ ਦੀ ਲਗਾਤਾਰਤਾ ਬੜੀ ਅਦਭੁਤ ਹੈ। ਇਸ ਦੇ ਮੌਨ ਲਿਸ਼ਕਦੇ ਨੈਣ ਅਤੇ ਪ੍ਰੀਤਮ ਪਿਆਰੇ ਦੀ ਨਿਤ ਵੱਧਦੀ ਪ੍ਰੇਮ ਪੀੜਾ ਆਪ ਦੇ ਸਮੁੱਚੇ ਜੀਵਨ ਦੀ ਵਿਸ਼ੇਸ਼ ਕਲਾ ਜੁਗਤ ਹੀ ਬਣ ਗਈ ਹੈ, ਜਿਸ ਦੀ ਤ੍ਰੈਗੁਣਾਤੀਤ ਸੁੰਦਰਤਾ ਇਸ ਧਰਤੀ ਦੇ ਗੁਰਤਾ ਆਕਰਸ਼ਣ ਨੂੰ ਪਾਰ ਕਰਕੇ ਆਤਮਿਕ ਸੰਸਾਰ ਦੀ ਨਾਮ ਰੂਪੀ ਹਸਤੀ ਦੇ ਉਚੇਰੇ ਚੁੰਬਕੀ ਮੰਡਲਾਂ ਵਿੱਚ ਜਾ ਪ੍ਰਵੇਸ਼ ਕਰਦੀ ਹੈ। ਗੁਰੂ ਅੰਗਦ ਦੇਵ ਜੀ ਦੇ ਵਿਅਕਤਿਤਵ ਵਿੱਚ ਅਸੀਂ ਪ੍ਰੇਮ ਦੇ ਅਧਿਆਤਮਕ ਸਰੂਪ ਨੂੰ ਪ੍ਰਤੱਖ ਰੂਪ ਵਿੱਚ ਨਿਹਾਰਦੇ ਹਾਂ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਇਹ ਗੌਰਵ ਵਿਸ਼ਨੂੰ ਤੇ ਸ਼ਿਵ ਨੂੰ ਪ੍ਰਾਪਤ ਨਹੀਂ ਸੀ ਹੋ ਸਕਿਆ। ਬੁੱਧ ਮਤ ਵਿੱਚ ਵੀ ਇਹ ਪਿਛਲੇਰੇ ਕਾਲ ਦੇ ਬੋਧੀ ਵਿਹਾਰਾਂ ਤੇ ਭਿਕਸ਼ੂਆਂ ਦੇ ਆਚਰਣਾਂ ਤੇ ਆਦਤਾਂ ਦੁਆਰਾ ਦੂਸ਼ਿਤ ਹੋ ਗਿਆ ਸੀ। ਬ੍ਰਾਹਮਣ ਮਤ ਦੇ ਅਧਿਆਤਮਕ ਸੰਕਲਪ ਨਿਪਟ ਮਾਨਸਿਕ ਸੁਭਾਅ ਦੇ ਹਨ ਤੇ ਸਿੱਖ ਮਤ ਨੂੰ ਵੀ ਇਸ ਦੀ ਦੁਰਬੋਧ ਪਕੜ ਵਿੱਚੋਂ ਬਾਹਰ ਆਉਣ ਲਈ ਕਈ ਸਾਲ ਲੱਗਣਗੇ। ਸਿੱਖਾਂ ਦੀ ਭਾਸ਼ਾ ਅਤੇ ਮਾਨਸਿਕ ਤੇ ਨੈਤਿਕ ਵਾਤਾਵਰਣ ਸਭ ਬ੍ਰਾਹਮਣਵਾਦੀ ਹਨ। ਜਦੋਂ ਸ਼ਿਵ ਤੇ ਵਿਸ਼ਨੂੰ ਵੀ ਆਪਣੇ ਅਮੂਰਤ ਸੰਕਲਪਾਂ ਦੀ ਬੋਧਕਤਾ ਦੇ ਰਹੱਸ ਵਿੱਚੋਂ ਬਾਹਰ ਆਏ ਸਨ, ਤਾਂ ਉਹਨਾਂ ਦੀ ਬੋਧਕਤਾ ਨੂੰ ਵੀ ਪਾਰਬਤੀ ਤੇ ਲਕਸ਼ਮੀ ਦੇ ਪ੍ਰੇਮ ਦੁਆਰਾ ਹੀ ਸੰਤੁਲਨ, ਸੁਖ, ਚੈਨ ਤੇ ਸਹਿਜ ਸ਼ਾਂਤੀ ਪ੍ਰਾਪਤ ਹੋਈ ਸੀ। ਹਿੰਦੂ ਰਿਸ਼ੀ ਮੁਨੀ ਜਿਨ੍ਹਾਂ ਰਹੱਸਮਈ ਉਚਾਈਆਂ ਤੱਕ ਪੁੱਜੇ ਅਤੇ ਜਿਹੜੀ ਉਹਨਾਂ ਨੂੰ ਪ੍ਰਾਪਤੀ ਹੋਈ, ਉਹ ਜਾਂ ਤਾਂ ਉਹਨਾਂ ਦੀਆਂ ਆਪਣੀਆਂ ਹੀ ਕਲਪਨਾ ਉਡਾਰੀਆਂ ਦੁਆਰਾ ਮੂਰਛਤ ਤੇ ਨਿਰਜਿੰਦ ਹੋ ਗਈ, ਜਾਂ ਉਹ ਮਨੁੱਖੀ ਮਨ ਦੀਆਂ ਮਨੋਹਰ ਕਾਮਨਾਵਾਂ ਦਾ ਸ਼ਿਕਾਰ ਹੋ ਗਈ। ਇਸਤਰੀ ਦੀ ਸੁੰਦਰਤਾ ਨੂੰ ਹੀ ਐਸ਼ਵਰਜ ਦਾ ਸਾਧਨ ਮੰਨਿਆ ਗਿਆ। ਗੁਰੂ ਅੰਗਦ ਦੇ ਹਿਰਦੇ ਵਿੱਚ ਗੁਰੂ ਨਾਨਕ ਲਈ ਉਪਜੇ ਪ੍ਰੇਮ ਦੁਆਰਾ ਇਸ ਪ੍ਰੇਮ ਨੂੰ ਇਹਨਾਂ ਤ੍ਰੈਮੁਖੀ ਆਯਾਮਾਂ ਤੋਂ ਸੁਤੰਤਰ ਕਰ ਦਿੱਤਾ ਗਿਆ।
ਜਿੱਥੋਂ ਤੱਕ ਪਹੁੰਚਣ ਲਈ ਅਸਾਧਾਰਨ ਰੂਪ ਦੇ ਯਤਨਾਂ ਨੂੰ ਕਰਨ ਦੀ ਲੋੜ ਸੀ। ਗੁਰੂ ਜੀ ਨੇ ਮਨੁੱਖੀ ਮਨ ਦੀ ਪ੍ਰਵਿਰਤੀ ਨੂੰ ਬਦਲ ਕੇ ਰੱਖ ਦਿੱਤਾ। ਇਹ ਹੁਣ ਇਸ ਪ੍ਰਕਾਰ ਦੀ ਬਣ ਗਈ ਜਿਵੇਂ ਇੱਕ ਫੁੱਲ ਸੂਰਜ ਦੀ ਧੁੱਪ ਲਈ ਆਪਣੇ ਆਪ ਨੂੰ ਖੋਲ ਦਿੰਦਾ ਹੈ। ਇਸ ਤਰ੍ਹਾਂ ਮਨੁੱਖਤਾ ਆਪਣੀ ਸੰਪੂਰਨ ਸਹਿਜ ਰੂਪਤਾ ਵਿੱਚ ਸੁਤੰਤਰ ਹੋ ਗਈ, ਜਿਸ ਲਈ ਕੁਦਰਤ ਤੇ ਕਾਦਰ ਦੋਵੇਂ ਹੀ ਸਹਾਈ ਸਨ। ਗੁਰੂ ਜੀ ਨੇ ਮਨੁੱਖ ਦੀ ਅੰਤਰ ਦ੍ਰਿਸ਼ਟੀ ਵਿੱਚ ਨਦਰ ਕਰਮ ਦੇ ਉਹ ਵਿਸ਼ਾਲ ਦਰ ਖੋਲ ਦਿੱਤੇ, ਜਿੱਥੇ ਸੱਚੀ ਆਤਮਿਕਤਾ ਉੱਚ ਮੰਡਲਾਂ ਦੀ ਦਾਤ ਵਜੋਂ ਅਵਤਰਿਤ ਹੁੰਦੀ ਹੈ। ਅਜਿਹੀ ਅਵਸਥਾ ਵਿੱਚ ਪ੍ਰਭੂ ਦੀ ਆਤਮਾ ਦਾ ਤਾਂ ਮਨੁੱਖ ਕੇਵਲ ਵਾਹਨ ਮਾਤਰ ਹੀ ਬਣ ਜਾਂਦਾ ਹੈ। ਇਸ ਨਦਰ ਕਰਮ ਦੀ ਸੁੱਚੀ ਕਰਾਮਾਤ ਤਾਂ ਉਹ ਸਰਵਉੱਚ ਵਰਤਾਰਾ ਹੈ, ਜਿਸ ਵਿੱਚੋਂ ਉਚੇਰੇ ਮੰਡਲ ਦੇ ਵਾਸੀ ਆ ਕੇ ਆਪਣੀ ਦਖਲ ਅੰਦਾਜ਼ੀ ਦੁਆਰਾ ਮਨੁੱਖੀ ਪ੍ਰਕਿਰਤੀ ਦੀ ਕਾਰਜ ਕੁਸ਼ਲਤਾ ਦੀ ਪੂਰਨਤਾ ਲਈ ਆਪਣੇ ਕਰਤੱਵ ਦੀ ਪਾਲਣਾ ਕਰਦੇ ਹਨ। ਗੁਰੂ ਜੀ ਨੇ ਮਨੁੱਖ ਦੀ ਅੰਤਰ ਦ੍ਰਿਸ਼ਟੀ ਵਿੱਚ ਨਦਰ ਕਰਮ ਦੇ ਉਹ ਵਿਸ਼ਾਲ ਦਰ ਖੋਲ ਦਿੱਤੇ, ਜਿੱਥੇ ਸੱਚੀ ਆਤਮਿਕਤਾ ਉੱਚ ਮੰਡਲ ਦੀ ਦਾਤ ਵਜੋਂ ਅਵਤਰਿਤ ਹੁੰਦੀ ਹੈ। ਅਜਿਹੀ ਅਵਸਥਾ ਵਿੱਚ ਪ੍ਰਭੂ ਦੀ ਆਤਮਾ ਦਾ ਤਾਂ ਮਨੁੱਖ ਕੇਵਲ ਵਾਹਨ ਮਾਤਰ ਹੀ ਬਣ ਜਾਂਦਾ ਹੈ। ਇਸ ਨਦਰ ਕਰਮ ਦੀ ਸੁੱਚੀ ਕਰਾਮਾਤ ਤਾਂ ਉਹ ਸਰਵਉੱਚ ਵਰਤਾਰਾ ਹੈ, ਜਿਸ ਵਿੱਚ ਉਚੇਰੇ ਮੰਡਲ ਦੇ ਵਾਸੀ ਆ ਕੇ ਆਪਣੀ ਦਖਲ ਅੰਦਾਜ਼ੀ ਦੁਆਰਾ ਮਨੁੱਖੀ ਪ੍ਰਕਿਰਤੀ ਦੀ ਕਾਰਜ ਕੁਸ਼ਲਤਾ ਦੀ ਪੂਰਨਤਾ ਲਈ ਆਪਣੇ ਕਰਤੱਵ ਦੀ ਪਾਲਣਾ ਕਰਦੇ ਹਨ। ਨਦਰ ਕਰਮ ਦੀ ਇਹ ਆਵੇਸ਼ਗਤ ਪ੍ਰੇਰਨਾ ਸ਼ਕਤੀ ਸਿੱਖ ਮਤ ਨੂੰ ਬੁੱਧ ਮਤ ਨਾਲੋਂ ਵੀ ਈਸਾਈ ਮਤ ਦੇ ਵਧੇਰੇ ਨੇੜੇ ਲੈ ਆਉਂਦੀ ਹੈ। ਇੱਥੋਂ ਇਹ ਸੰਕੇਤ ਮਿਲਦਾ ਹੈ ਕਿ ਆਤਮਾ ਦੇ ਜੀਵਨ ਵਿੱਚ ਇੱਕ ਵਿਸ਼ੇਸ਼ ਪ੍ਰਕਾਰ ਦੀ ਦਖਲ ਅੰਦਾਜ਼ੀ ਕੀਤੀ ਜਾਂਦੀ ਹੈ, ਜਿਸ ਵਿੱਚ ਅਗਿਆਤ ਤੇ ਅਨੈਤਿਕ ਪ੍ਰਕਿਰਤੀ ਅਤੇ ਨੈਤਿਕ ਤੇ ਅਨੈਤਿਕ ਅਗਿਆਤ ਪ੍ਰਕਿਰਤੀ ਦੇ ਨਿਯਮਾਂ ਨੂੰ ਬਦਲ ਦਿੱਤਾ ਜਾਂਦਾ ਹੈ। ਦੇਵ ਮੰਡਲ ਦੀ ਇਹ ਅਦੁੱਤੀ ਕਰਾਮਾਤ ਮਨੁੱਖ ਨੂੰ ਸੱਚੀ ਆਤਮਿਕਤਾ ਪ੍ਰਦਾਨ ਕਰਦੀ ਹੈ। ਹਾਂਜੀ, ਦੇਵ ਮੰਡਲ ਦੀ ਇਹ ਅਦੁੱਤੀ ਕਰਾਮਾਤ ਮਨੁੱਖ ਨੂੰ ਸੱਚੀ ਆਤਮਿਕਤਾ ਪ੍ਰਦਾਨ ਕਰਦੀ ਹੈ। ਗੁਰੂ ਅੰਗਦ ਦੇਵ ਜੀ ਦੇ ਵਿਅਕਤਿਤਵ ਵਿੱਚ ਆਦਰਸ਼ ਗੁਰੂ ਤੇ ਆਦਰਸ਼ ਸਿੱਖ ਵਾਲੇ ਦੋਵੇਂ ਹੀ ਗੁਣ ਹੀ ਇਕਸੁਰ ਹੋ ਗਏ ਹਨ। ਆਪ ਦੇ ਹਿਰਦੇ ਵਿੱਚ ਗੁਰੂ ਜੀ ਦਾ ਪ੍ਰੇਮ ਸਮੁੱਚੇ ਜੀਵਨ ਦੀ ਪ੍ਰਾਣ ਸ਼ਕਤੀ ਬਣ ਗਿਆ ਹੈ। ਇਹ ਪ੍ਰੇਮ ਬੜਾ ਵੇਗਵਾਨ ਪਰ ਸ਼ਾਂਤ ਹੈ, ਬੜਾ ਖੁਸ਼ੀ ਭਰਪੂਰ, ਥਰਥਰਾ ਦੇਣ ਵਾਲਾ, ਸੁਹਜਵੰਤ ਪਰ ਵਿਸ਼ੇਸ਼ ਅਨੁਸ਼ਾਸਨ ਦਾ ਧਾਰਨੀ ਹੈ। ਇਹ ਗੁਰੂ ਪ੍ਰੇਮ ਬਹੁਲਤਾ ਤੇ ਭਰਪੂਰਤਾ ਦੇ ਕਾਂਗ ਉਛਾਲਿਆਂ ਨਾਲ ਭਰਪੂਰ ਹੁੰਦਾ ਹੋਇਆ ਵੀ ਠਹਿਰਾਓ ਤੇ ਟਿਕਾਓ ਵਿੱਚ ਹੈ। ਇਹ ਸੁੰਦਰਤਾ ਦੇ ਕਲਾਤਮਕ ਅਨੁਭਵ ਦੀ ਸ਼ਾਨ ਤੋਂ ਪੂਰੀ ਤਰ੍ਹਾਂ ਜਾਣੂ ਹੈ ਅਤੇ ਸੰਪੂਰਨ ਵਿਅਕਤਿਤਵ ਦੀ ਆਤਮਿਕ ਅਨੁਭੂਤੀ ਦੀ ਮਹਿਮਾ ਤੇ ਸ਼ਾਨ ਤੋਂ ਵੀ ਅਣਜਾਣ ਨਹੀਂ। ਇਹ ਤਾਂ ਪ੍ਰਭੂ ਪ੍ਰੀਤਮ ਦੀ ਨਦਰ ਕਰਮ ਦੀ ਆਤਮਿਕਤਾ ਦੀ ਪੂਰਨਤਾ ਹੈ, ਜਿਸ ਨੂੰ ਅਸੀਂ ਅੰਗਦ ਦੇਵ ਜੀ ਦੇ ਵਿਅਕਤਿਤਵ ਵਿੱਚੋਂ ਨਿਹਾਰਦੇ ਹਾਂ। ਫਿਰ ਦੁਹਰਾ ਦਈਏ, ਗੁਰੂ ਅੰਗਦ ਦੇਵ ਜੀ ਦੇ ਵਿਅਕਤਿਤਵ ਵਿੱਚ ਆਦਰਸ਼ ਗੁਰੂ ਤੇ ਆਦਰਸ਼ ਸਿੱਖ ਵਾਲੇ ਦੋਵੇਂ ਗੁਣ ਹੀ ਇਕਸੁਰ ਹੋ ਗਏ ਹਨ। ਆਪ ਦੇ ਹਿਰਦੇ ਵਿੱਚ ਗੁਰੂ ਜੀ ਦਾ ਪ੍ਰੇਮ ਸਮੁੱਚੇ ਜੀਵਨ ਦੀ ਪ੍ਰਾਣ ਸ਼ਕਤੀ ਬਣ ਗਿਆ ਹੈ। ਇਹ ਪ੍ਰੇਮ ਬੜਾ ਵੇਗਵਾਨ ਪਰ ਸ਼ਾਂਤ ਹੈ, ਬੜਾ ਖੁਸ਼ੀ ਭਰਪੂਰ, ਥਰਥਰਾ ਦੇਣ ਵਾਲਾ, ਸੁਹਜਵੰਤ ਪਰ ਵਿਸ਼ੇਸ਼ ਅਨੁਸ਼ਾਸਨ ਦਾ ਧਾਰਨੀ ਹੈ। ਇਹ ਗੁਰੂ ਪ੍ਰੇਮ ਬਹੁਲਤਾ ਤੇ ਭਰਪੂਰਤਾ ਦੇ ਕਾਂਗ ਉਛਾਲਿਆਂ ਨਾਲ ਭਰਪੂਰ ਹੁੰਦਾ ਹੋਇਆ ਵੀ ਠਹਿਰਾਓ ਤੇ ਟਿਕਾਓ ਵਿੱਚ ਹੈ। ਇਹ ਸੁੰਦਰਤਾ ਤੇ ਕਲਾਤਮਕ ਅਨੁਭਵ ਦੀ ਸ਼ਾਨ ਤੋਂ ਪੂਰੀ ਤਰ੍ਹਾਂ ਜਾਣੂ ਹੈ ਅਤੇ ਸੰਪੂਰਨ ਵਿਅਕਤਿਤਵ ਵਿੱਚ ਵੀ ਆਤਮਿਕ ਅਨੁਭੂਤੀ ਦੀ ਮਹਿਮਾ ਤੇ ਸ਼ਾਨ ਤੋਂ ਵੀ ਅਣਜਾਣ ਨਹੀਂ। ਇਹ ਤਾਂ ਪ੍ਰਭੂ ਪ੍ਰੀਤਮ ਦੀ ਨਦਰ ਕਰਮ ਦੀ ਆਤਮਿਕਤਾ ਦੀ ਪੂਰਨਤਾ ਹੈ, ਜਿਸ ਨੂੰ ਅਸੀਂ ਅੰਗਦ ਦੇਵ ਜੀ ਦੇ ਵਿਅਕਤਿਤਵ ਵਿੱਚੋਂ ਨਿਹਾਰਦੇ ਹਾਂ। ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰਾਂ ਵਿੱਚ ਗੁਰੂ ਤਵ ਦੇ ਅਭਾਵ ਨੂੰ ਲੱਖ ਕੇ ਹੀ ਉਹਨਾਂ ਨੂੰ ਗੁਰੂ ਤਵ ਦੀ ਬਖਸ਼ਿਸ਼ ਨਹੀਂ ਸੀ ਕੀਤੀ। ਪਿਤਾ ਨੇ ਆਪਣੀ ਸੰਤਾਨ ਦੇ ਮੋਹ ਦੀ ਪਰਵਾਹ ਨਾ ਕਰਦਿਆਂ ਹੋਇਆਂ
ਅਤੇ ਇਸ ਪਿਤਰੀ ਮੋਹ ਦੀ ਭਾਵਨਾ ਉੱਤੇ ਕਾਬੂ ਪਾ ਕੇ ਹੀ ਦਿਵ ਦ੍ਰਿਸ਼ਟੀ ਨਾਲ ਗੁਰੂ ਦੇ ਸਰੂਪ ਬਾਰੇ ਸਪਸ਼ਟ ਰੂਪ ਵਿੱਚ ਜਾਣ ਲਿਆ ਸੀ। ਗੁਰੂ ਤਾਂ ਉਹਨਾਂ ਦੇ ਆਪਣੇ ਵਿਅਕਤਿਤਵ ਵਿੱਚ ਤੇ ਕਿਸੇ ਹੋਰ ਦੇ ਵਿਅਕਤਿਤਵ ਵਿੱਚ ਵਿਦਮਾਨ ਸੀ। ਗੁਰੂ ਅੰਗਦ ਦੇਵ ਜੀ ਨੇ ਵੀ ਆਪਣੇ ਪੁੱਤਰਾਂ ਦਾ ਮੋਹ ਤਿਆਗ ਕੇ ਗੁਰੂ ਅਮਰਦਾਸ ਜੀ ਨੂੰ ਪ੍ਰਮੁਖਤਾ ਦੇ ਕੇ ਗੁਰਿਆਈ ਦੀ ਬਖਸ਼ਿਸ਼ ਕੀਤੀ। ਗੁਰੂ ਅਮਰਦਾਸ ਦੀ ਉਸ ਸਮੇਂ ਦੀ ਹਾਲਤ ਡਾਢੀ ਦਰਦ ਭਰੀ ਸੀ ਜਦੋਂ ਆਪ ਨੇ ਆਪਣੇ ਪੁੱਤਰ ਮੋਹਰੀ ਨੂੰ ਛੱਡ ਕੇ ਗੁਰੂ ਤਵ ਦੀ ਬਖਸ਼ਿਸ਼ ਗੁਰੂ ਰਾਮਦਾਸ ਜੀ ਨੂੰ ਕੀਤੀ ਸੀ। ਗੁਰੂ ਰਾਮਦਾਸ ਜੀ ਨੇ ਹੱਥ ਜੋੜ ਕੇ ਗੁਰੂ ਅਮਰਦਾਸ ਜੀ ਅੱਗੇ ਇਹ ਬੇਨਤੀ ਵੀ ਕੀਤੀ ਸੀ ਕਿ ਆਪ ਇਹ ਬਖਸ਼ਿਸ਼ ਆਪਣੇ ਸਪੁੱਤਰ ਮੋਹਰੀ ਨੂੰ ਕਰ ਦਿਓ। ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਸੀ, ਨਹੀਂ, ਇੰਜ ਨਹੀਂ ਹੋ ਸਕਦਾ। ਮੈਂ ਤਾਂ ਤੁਹਾਨੂੰ ਤੁਹਾਡੀ ਵਸਤੂ ਹੀ ਪ੍ਰਦਾਨ ਕੀਤੀ ਹੈ। ਮੈਂ ਤਾਂ ਕੇਵਲ ਇੰਨਾ ਕਹਿ ਸਕਦਾ ਹਾਂ ਕਿ ਮੋਹਰੀ ਮੇਰਾ ਗਰੀਬ ਪੁੱਤਰ ਹੈ, ਤੁਸੀਂ ਉਸ ਦਾ ਧਿਆਨ ਰੱਖਣਾ। ਇੱਥੇ ਇਸ ਉਪਰੋਕਤ ਘਟਨਾ ਤੋਂ ਵੀ ਇਹ ਪ੍ਰਤੱਖ ਹੁੰਦਾ ਹੈ ਕਿ ਗੁਰੂ ਅਮਰਦਾਸ ਜੀ ਇੱਕ ਬੰਨੇ ਤਾਂ ਮਾਨਵ ਰੂਪ ਰੱਖਦੇ ਸਨ, ਜਿਹੜੇ ਕਿ ਮੋਹਨ ਤੇ ਮੋਹਰੀ ਸਪੁੱਤਰਾਂ ਦੇ ਪਿਤਾ ਸਨ, ਪਰ ਦੂਜੇ ਬੰਨੇ ਆਪ ਨੇ ਮਾਨਵ ਰੂਪ ਵਿੱਚ ਉਹ ਸਭ ਕੁਝ ਗੁਰੂ ਤਵ ਦੀ ਜਗਮਗਾਉਂਦੀ ਪਰਮ ਸੁੰਦਰਤਾ ਅੱਗੇ ਸਮਰਪਿਤ ਕਰ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਫਰਮਾਨ ਹੈ ਕਿ ਹਾਥੀ ਦੇ ਢੋਲ ਢਮੱਕੇ ਦੀ ਤੁਲਨਾ ਵਿੱਚ ਪ੍ਰਭੂ ਨਿੱਕੀ ਕੀੜੀ ਦੀ ਅਰਦਾਸ ਛੇਤੀ ਸੁਣ ਲੈਂਦਾ ਹੈ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।